ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਸਾਹਿਬ ਜੀ। ਜਾਤਸਰੀ ਮਹੱਲਾ ਚੌਥਾ। ਘਰ ਪਹਿਲਾ ਚੌਪਦੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮੇਰਾ ਹੀਰਾ ਰਤਨ ਨਾਮ ਹਰ ਬਸਿਆ। ਗੁਰ ਹਾਥ ਧਰਿਓ ਮੇਰਾ ਮਾਥਾ। ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ। ਗੁਰ ਨਾਮ ਦਿਓ ਰਿਨ ਲਾਥਾ। ਮੇਰਾ ਹੀਰਾ ਰਤਨ ਨਾਮ ਹਰ ਬਸਿਆ। ਗੁਰ ਹਾਥ ਧਰਿਓ ਮੇਰਾ ਮਾਥਾ। ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ। ਗੁਰ ਨਾਮ ਦਿਓ ਰਿਨ ਲਾਥਾ। ਮੇਰੇ ਮਨ ਭਜ ਰਾਮ ਨਾਮ ਸਭ ਅਰਥਾ। ਗੁਰਪੂਰਾ ਹਰ ਨਾਮ ਦ੍ਰਿੜਾਇਆ। ਬਿਨ ਨਾਵੈ ਜੀਵਨ ਬਿਰਥਾ ਰਹਾਉ। ਬਿਨ ਗੁਰ ਮੂੜ ਭਏ ਹੈ ਮਨ ਮੁਖ। ਤੇ ਮੋਹ ਮਾਇਆ ਨਿਤ ਫਾਥਾ। ਤਿਨ ਸਾਧੂ ਚਰਨ ਨਾ ਸੇਵੇ ਕਬਹੂ। ਤਿਨ ਸਭ ਜਨਮ ਅਕਾਥਾ। ਜਿਨ ਸਾਧੂ ਚਰਨ ਸਾਧ ਪਗ ਸੇਵੇ। ਤਿਨ ਸਫਲਿਓ ਜਨਮ ਸਨਾਥਾ। ਮੋਹ ਕਉ ਕੀਜੈ ਦਾਸ ਦਾਸ ਦਾਸਨ ਕੋ। ਹਰ ਦਇਆ ਧਾਰ ਜਗਨਨਾਥਾ। ਹਮ ਅੰਧੁਲੇ ਗਿਆਨਹੀਨ ਅਗਿਆਨੀ। ਕਿਉ ਚਾਲਹਿ ਮਾਰਗ ਪੰਥਾ। ਹਮ ਅੰਧੁਲੇ ਕਉ ਗੁਰ ਅੰਚਲ ਦੀਜੈ। ਜਨ ਨਾਨਕ ਚਲਹਿ ਮਿਲੰਥਾ। ਹਮ ਅੰਧੁਲੇ ਗਿਆਨਹੀਨ ਅਗਿਆਨੀ। ਕਿਉ ਚਾਲਹਿ ਮਾਰਗ ਪੰਥਾ। ਹਮ ਅੰਧੁਲੇ ਕਉ ਗੁਰ ਅੰਚਲ ਦੀਜੈ। ਜਨ ਨਾਨਕ ਚਲਹਿ ਮਿਲੰਥਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ। ਆਪ ਧੰਤਾ ਦੇ ਯੋਗ ਹੋ। ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਰਨ ਉਪਰੰਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਤਿਗੁਰਾਂ ਦੀ ਹਾਜ਼ਰੀ ਵਿੱਚ ਜੁੜ ਕਰਕੇ ਆਸਾ ਕੀ ਵਾਰ ਦਾ ਕੀਰਤਨ ਆਪ ਜੀਆਂ ਨੇ ਸਰਵਣ ਕੀਤਾ ਹੈ। ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਸ੍ਰੀ ਮੁਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਦੇਸ਼ ਵਿਦੇਸ਼ਾਂ ਦੇ ਅੰਦਰ ਤਥਾ ਘਰਾਂ ਵਿੱਚ ਸੋ ਸਤਿਗੁਰਾਂ ਦੀ ਪਾਵਨ ਹਾਜ਼ਰੀ ਵਿੱਚ ਜੁੜ ਬੈਠੇ ਹੋ। Gurbani Hub
ਜਗਤ ਜਲੰਦੇ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਹੁਕਮ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਜਦੋਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਗੁਰੂ ਅਮਰਦਾਸ ਸਾਹਿਬ ਜੀ ਦਾ ਹੁਕਮ ਮੰਨ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਆਬਾਦ ਕੀਤਾ ਤਾਂ ਉਸ ਵੇਲੇ ਕੋਈ ਸਿੱਖਾਂ ਨੇ ਆਣ ਕੇ ਬੇਨਤੀ ਕੀਤੀ, ਮਹਾਰਾਜ ਜੀ ਆਪ ਜੀ ਦੇ ਹਿਰਦੇ ਵਿੱਚ ਨਾਮ ਕਿਵੇਂ ਵਸਿਆ ਹੈ? ਆਪ ਜੀ ਨੇ ਨਾਮ ਦ੍ਰਿੜ ਕਿਵੇਂ ਕੀਤਾ ਹੈ? ਆਪ ਕਰਕੇ ਸਾਨੂੰ ਵੀ ਦੱਸੋ। ਤਾਂ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ, ਸੰਗਤ ਜੀ ਇਹ ਜੈਤਸਰੀ ਰਾਗ ਦੇ ਆਰੰਭ ਵਿੱਚ ਸੋ ਪਾਵਨ ਸ਼ਬਦ ਉਚਾਰਨ ਕਰਕੇ ਸਿੱਖਾਂ ਦਾ ਇਹ ਸ਼ੰਕਾ ਨਿਵਰਤ ਕੀਤਾ ਅਤੇ ਜੁਗਤੀ ਦੱਸੀ ਵੀ ਕਿਵੇਂ ਵਾਹਿਗੁਰੂ ਦਾ ਨਾਮ ਹਿਰਦੇ ਵਿੱਚ ਵਸਦਾ ਹੈ। ਆਓ ਪਿਆਰ ਸਹਿਤ ਮਨ ਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤਸਰੀ ਮਹੱਲਾ ਚੌਥਾ। ਘਰ ਪਹਿਲਾ ਚੌਪਦੀ। Gilbani ਇੱਕ Hunt. ਓੰਕਾਰ ਸਤਿਗੁਰ ਪ੍ਰਸਾਦ। ਜੈਤਸਰੀ ਰਾਗ ਵਿੱਚ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 696 ਤੇ ਸੁਭਾਏਮਾਨ ਹੈ ਔਰ ਕਈਆਂ ਮਤਾਂ ਦੇ ਵਿੱਚ ਜੈਤਸਰੀ ਨੂੰ ਰਾਗਣੀ ਵੀ ਕਿਹਾ ਗਿਆ ਹੈ ਔਰ ਵਿਦਵਾਨ ਇਹ ਵੀ ਗੱਲ ਕਹਿੰਦੇ ਨੇ ਕਿ ਇਹ ਜੈਤਸਰੀ ਜਿੱਤ ਦੀ ਰਾਗਣੀ ਹੈ। ਜਿੱਥੇ ਜੈਤਸਰੀ ਦਾ ਗਾਇਨ ਕੀਤਾ ਜਾਂਦਾ ਉੱਥੇ ਜਿੱਤ ਪ੍ਰਾਪਤ ਹੁੰਦੀ ਹੈ। ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਜੈਤਸਰੀ ਵਿੱਚ ਇਹ ਪਾਵਨ ਸ਼ਬਦ ਦਾ ਉਚਾਰਨ ਪਹਿਲੇ ਘਰ ਸੁਰ ਤਾਲ ਵਿੱਚ ਕਰਦੇ ਨੇ ਔਰ ਇਸ ਪਾਵਨ ਸ਼ਬਦ ਦੇ 4 ਪਦੇ ਨੇ, 4 ਬੰਦ ਨੇ। ਇੱਕ ਜੋ ਅਦੁੱਤੀ ਸਰੂਪ ਪਰਮੇਸ਼ਰ ਹੈ, ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤ ਸਰੂਪ ਸਤਿਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ। ਮੇਰਾ ਹੀਰਾ ਰਤਨ ਨਾਮ ਹਰ ਬਸਿਆ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਐ ਭਾਈ ਗੁਰਸਿੱਖੋ ਮੇਰਾ ਹੀਰਾ ਹੈ, ਮੇਰੇ ਹਿਰਦੇ ਵਿੱਚ ਹਰੀ ਪਰਮੇਸ਼ਰ ਦਾ ਨਾਮ ਰੂਪੀ ਰਤਨ, ਜਿਹੜਾ ਰਤਨਾਂ ਤੋਂ ਵੀ ਅਮੋਲਕ ਹੈ। ਹੋ ਸਕਦਾ ਕੋਈ ਰਤਨ ਖਰੀਦ ਲਵੇ, ਪਰ ਨਾਮ ਰੂਪੀ ਰਤਨ ਨੂੰ ਖਰੀਦਿਆ ਨਹੀਂ ਜਾ ਸਕਦਾ, ਅਮੋਲਕ ਹੈ।
ਐਸਾ ਨਾਮ ਰੂਪੀ ਰਤਨ ਮੇਰੇ ਹਿਰਦੇ ਵਿੱਚ ਵਸ ਗਿਆ। ਗੁਰ ਹਾਥ ਧਰਿਓ ਮੇਰਾ ਮਾਥਾ। ਬੇਨਤੀ ਕੀਤੀ ਸਿੱਖਾਂ ਨੇ, ਮਹਾਰਾਜ ਆਪ ਜੀ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਰੂਪੀ ਰਤਨ ਕਿਵੇਂ ਵਸਿਆ ਹੈ? ਤਾਂ ਹਜੂਰ ਕਹਿੰਦੇ ਨੇ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਮੇਰੇ ਪ੍ਰਤੱਖ ਮਾਤਾ ਸਿਰ ਦੇ ਉੱਤੇ ਆਪਣੀ ਕਿਰਪਾ ਦਾ ਮਿਹਰ ਦਾ ਹੱਥ ਰੱਖਿਆ ਹੈ, ਅਥਵਾ ਮੇਰੇ ਅੰਤਿਸ਼ਕਰਨ ਰੂਪੀ ਮੱਥੇ ਤੇ ਸਤਿਗੁਰਾਂ ਨੇ ਆਪਣੀ ਮਿਹਰ ਦਾ ਹੱਥ ਰੱਖਿਆ ਹੈ। ਇਸ ਕਰਕੇ ਮੇਰੇ ਹਿਰਦੇ ਵਿੱਚ ਨਾਮ ਵਸ ਗਿਆ ਹੈ, ਨਾਮ ਟਿਕ ਗਿਆ। ਜਨਮ ਜਨਮ ਕੀ ਕਿਲ ਬਿਖ ਦੁਖ ਉਤਰੇ। ਸੱਚੇ ਪਾਤਸ਼ਾਹ ਜਦੋਂ ਨਾਮ ਹਿਰਦੇ ਵਿੱਚ ਵਸ ਜਾਵੇ ਫਿਰ ਇਹਦੀ ਨਿਸ਼ਾਨੀ ਕੀ ਹੈ? ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਭਾਈ ਜਨਮਾਂ ਜਨਮਾਤਰਾਂ ਦੇ ਕੀਤੇ ਹੋਏ ਜਿਹੜੇ ਪਾਪ ਨੇ ਅਤੇ ਜਨਮ ਅਤੇ ਮਰਨ ਦਾ ਜਿਹੜਾ ਦੁੱਖ ਹੈ ਇਹ ਲੱਥ ਜਾਂਦੇ ਨੇ। 4 ਬੱਜਰ ਪਾਪ ਸਨਾਤਨੀ ਧਰਮ ਦੇ ਵਿੱਚ ਮੰਨੇ ਨੇ। ਸਤਿਗੁਰਾਂ ਨੇ ਗੁਰਬਾਣੀ ਵਿੱਚ ਵੀ ਇਹਨਾਂ ਦਾ ਜ਼ਿਕਰ ਕੀਤਾ ਹੈ। ਬ੍ਰਾਹਮਣ, ਕੈਲੀ, ਘਾਤ, ਕੰਜਕਾ, ਅਣਚਾਰੀ ਕਾ ਧਾਨ, ਇਹ 4 ਬੱਜਰ ਪਾਪ ਨੇ। ਬ੍ਰਾਹਮਣ ਵਿਦਵਾਨ ਦਾ ਮਾਰਨਾ ਔਰ ਕਾਲੀ ਗਾਂ ਦਾ ਮਾਰਨਾ, ਬੱਚੀਆਂ ਦੇ ਪੈਸੇ ਲੈ ਕੇ ਖਾਣੇ ਤੇ ਵੇਸਵਾ ਦੇ ਘਰ ਦਾ ਧਨ ਖਾਣਾ, ਇਹ 4 ਬੱਜਰ ਪਾਪ ਨੇ ਸਨਾਤਨੀ ਧਰਮ ਅਨੁਸਾਰ। ਔਰ ਸਿੱਖ ਧਰਮ ਦੇ ਅੰਦਰ 4 ਬੱਜਰ ਕੁਰੈਤਾਂ ਨੇ ਸੰਗਤ ਜੀ। ਔਰ ਸਿੱਖ ਮਰਜ਼ਾਦਾ ਅਨੁਸਾਰ ਇਹਨਾਂ 4 ਬੱਜਰ ਕੁਰੈਤਾਂ ਵਿੱਚੋਂ ਜੇ ਕੋਈ ਕਰੈਤ ਕਰਦਾ ਹੈ ਤੇ ਫਿਰ ਉਹਨੂੰ 5 ਪਿਆਰਿਆਂ ਦੇ ਪੇਸ਼ ਹੋ ਕੇ ਮੁਆਫੀ ਮੰਗਣੀ ਪੈਂਦੀ ਹੈ। ਔਰ 5 ਪਿਆਰੇ ਸਾਹਿਬਾਨ ਉਹਨਾਂ ਨੂੰ ਤਨਖਾਹ ਲਾ ਕੇ ਦੁਬਾਰਾ ਫਿਰ ਪੰਥ ਵਿੱਚ ਸ਼ਾਮਲ ਕਰ ਲੈਂਦੇ ਨੇ। ਸੋ ਕੇਸਾਂ ਦੀ ਬੇਅਦਬੀ ਕਰਨੀ, ਕੁੱਟਾ ਖਾਣਾ, ਤੰਬਾਕੂ ਦਾ ਸੇਵਨ, ਪਰ ਇਸਤਰੀ ਤੇ ਪਰ ਪੁਰਖ ਦਾ ਗਮਨ ਕਰਨਾ, ਇਹ ਸਿੱਖ ਧਰਮ ਦੇ ਅੰਦਰ 4 ਬੱਜਰ ਕੁਰੈਤਾਂ ਨੇ। ਇਹਨਾਂ 4 ਬੱਜਰ ਕੁਰੈਤਾਂ ਵਿੱਚੋਂ ਜੇ ਅੰਮ੍ਰਿਤਧਾਰੀ ਸਿੱਖ ਇੱਕ ਵੀ ਬੱਜਰ ਕੁਰੈਤ ਕਰਦਾ ਹੈ ਉਹ ਉਹਨਾਂ ਚਿਰ ਬਖਸ਼ਿਆ ਨਹੀਂ ਜਾਵੇਗਾ ਜਿੰਨਾ ਚਿਰ ਉਹ 5 ਪਿਆਰਿਆਂ ਦੇ ਪੇਸ਼ ਹੋ ਕੇ ਆਪਣੀ ਗਲਤੀ ਦੀ 5 ਪਿਆਰਿਆਂ ਵੱਲੋਂ ਲੱਗੀ ਤਨਖਾਹ ਪ੍ਰਵਾਨ ਨਹੀਂ ਕਰਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਐ ਭਾਈ ਗੁਰਸਿੱਖੋ, ਜਦੋਂ ਨਾਮ ਹਿਰਦੇ ਵਿੱਚ ਟਿਕ ਜਾਵੇ ਫਿਰ ਜਨਮਾਂ ਜਨਮਾਤਰਾਂ ਦੇ ਕੀਤੇ ਹੋਏ ਬੱਜਰ ਪਾਪ
ਅਤੇ ਜਨਮ ਮਰਨ ਆਦਿਕ ਦਾ ਜਿਹੜਾ ਦੁੱਖ ਹੈ ਇਹ ਉਤਰ ਜਾਂਦਾ ਹੈ, ਨਿਵਰਤ ਹੋ ਜਾਂਦਾ ਹੈ। ਗੁਰ ਨਾਮ ਦਿਓ ਰਿਨ ਲਾਥਾ। ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰੂ ਨੇ ਜਦੋਂ ਨਾਮ ਦੀ ਦਾਤ ਦਿੱਤੀ ਤਾਂ ਸਾਰਾ ਰਿਣ ਜਿਹੜਾ ਕਰਜ਼ਾ ਸੀ ਨਾ ਉਹ ਲੱਥ ਗਿਆ। ਸੰਗਤ ਜੀ, ਨਾਮ ਰੂਪੀ ਧਨ ਇੱਕ ਐਸਾ ਧਨ ਹੈ ਜਿਨ੍ਹਾਂ ਨੂੰ ਪ੍ਰਾਪਤ ਹੋ ਜਾਵੇ, ਸਤਿਗੁਰੂ ਜੀ ਦੀ ਉਹਨਾਂ ਤੇ ਫਿਰ ਕਿਰਪਾ ਵਰਤਦੀ ਹੈ, ਉਹਨਾਂ ਦੇ ਸਾਰੇ ਕਰਜ਼ੇ ਲੱਥ ਜਾਂਦੇ ਨੇ। ਔਰ 4 ਪ੍ਰਕਾਰ ਦਾ ਕਰਜ਼ਾ ਮੰਨਿਆ ਜਿਹਨੂੰ ਰਿਣ ਕਿਹਾ ਜਾਂਦਾ ਹੈ। ਇਹਦੇ ਵਿੱਚ ਲੋਕ ਦੰਡ, ਰਾਜ ਦੰਡ, ਪਿਤਰ ਦੰਡ ਤੇ ਦੇਵ ਦੰਡ, ਇਹ 4 ਪ੍ਰਕਾਰ ਦਾ ਰਿਣ ਹੈ। ਦੰਡ ਨਾਮ ਸਜ਼ਾ ਦਾ ਹੈ, ਲੋਕਾਂ ਵੱਲੋਂ ਸਜ਼ਾ ਮਿਲ ਜਾਣੀ, ਰਾਜੇ ਵੱਲੋਂ ਸਜ਼ਾ ਮਿਲਣੀ, ਕੋਈ ਦੇਵਤੇ ਦੀ ਕਰੋਪੀ ਹੋ ਜਾਣੀ ਜਾਂ ਪਿਤਰਾਂ ਦੀ ਕਰੋਪੀ ਹੋ ਜਾਣੀ। ਇਹਨੂੰ ਸਾਡੇ ਗ੍ਰੰਥਾਂ ਨੇ ਰਿਣ ਕਿਹਾ। ਇਹ 4 ਪ੍ਰਕਾਰ ਦਾ ਦੰਡ ਹੈ, ਸਜ਼ਾ ਹੈ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਗੁਰੂ ਕਿਰਪਾ ਦੇ ਘਰ ਵਿੱਚ ਆ ਕੇ ਨਾਮ ਦੀ ਦਾਤ ਬਖਸ਼ਿਸ਼ ਕਰਦਾ ਹੈ, ਜੀਵ ਨਾਮ ਨਾਲ ਜੁੜ ਜਾਂਦਾ ਹੈ, ਤੇ ਇਹ 4 ਪ੍ਰਕਾਰ ਦਾ ਰਿਣ ਕਰਜ਼ਾ ਵੀ ਜੀਵ ਦੇ ਸਿਰ ਤੋਂ ਲੱਥ ਜਾਂਦਾ ਹੈ। ਮੇਰੇ ਮਨ ਭਜ ਰਾਮ ਨਾਮ ਸਭ ਅਰਥਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਐ ਮੇਰੇ ਪਿਆਰੇ ਮਨਾ, ਤੂੰ ਰਮੇ ਹੋਏ ਰਾਮ ਪਰਮੇਸ਼ਰ ਦੇ ਨਾਮ ਦਾ ਭਜਨ ਕਰ, ਸਿਮਰਨ ਕਰ। ਪੁੱਛਿਆ ਜੀ ਸਿਮਰਨ ਕੀਤਿਆਂ ਕੀ ਪ੍ਰਾਪਤ ਹੋਵੇਗਾ? ਸੱਚੇ ਪਾਤਸ਼ਾਹ ਜੀ ਕਹਿੰਦੇ ਸਭ ਅਰਥਾ, ਸਾਰੇ ਪਦਾਰਥ ਤੈਨੂੰ ਪ੍ਰਾਪਤ ਹੋ ਜਾਣਗੇ। ਧਰਮ, ਅਰਥ, ਕਾਮ, ਮੋਖ ਇਤਿਆਦਿਕ ਇਹ ਸਾਰੇ ਪਦਾਰਥ ਤੈਨੂੰ ਪ੍ਰਾਪਤ ਹੋਣਗੇ ਜੇ ਤੂੰ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰੇ, ਵਾਹਿਗੁਰੂ ਦੇ ਸਿਮਰਨ ਵਿੱਚ ਜੁੜ ਜਾਵੇਂ, ਫਿਰ ਉਹ ਵਾਹਿਗੁਰੂ ਇਹ ਸਾਰੇ ਪਦਾਰਥ ਤੈਨੂੰ ਦੇਵੇਗਾ। ਗੁਰ ਪੂਰਾ ਹਰ ਨਾਮ ਦ੍ਰਿੜਾਇਆ। ਪੂਰੇ ਗੁਰੂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਨਾਮ ਦ੍ਰਿੜ ਕਰਵਾ ਦਿੱਤਾ ਹੈ, ਸਾਨੂੰ ਨਾਮ ਪੱਕਾ ਕਰਵਾ ਦਿੱਤਾ ਹੈ। ਤੇ ਜਿਨ੍ਹਾਂ ਦੇ ਅੰਦਰ ਨਾਮ ਪੱਕਾ ਹੋ ਜਾਂਦਾ ਸੰਗਤ ਜੀ, ਉਹ ਫਿਰ ਖਿਣ ਮਾਤਰ ਵੀ ਨਾਮ ਨੂੰ ਵਿਸਾਰਦੇ ਨਹੀਂ, ਭੁਲਾਉਂਦੇ ਨਹੀਂ। ਉਹ ਤਾਂ ਸੁੱਤਿਆ ਜਾਗਦਿਆਂ ਤੁਰਦਿਆਂ ਫਿਰਦਿਆਂ ਵੀ ਨਾਮ ਨੂੰ ਚੇਤੇ ਰੱਖਦੇ ਨੇ, ਜਿਨ੍ਹਾਂ ਦੇ ਅੰਦਰ ਨਾਮ ਪਰਪੱਕ ਹੋ ਜਾਂਦਾ ਹੈ। ਬਿਨ ਨਾਵੈ ਜੀਵਨ ਬਿਰਥਾ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਨਾਮ ਤੋਂ ਬਗੈਰ ਜੀਵਨ ਬੇਅਰਥ ਹੈ, ਇਹ ਕਿਸੇ ਅਰਥ ਨਹੀਂ। ਜੇ ਜੀਵ ਨਾਮ ਨਹੀਂ ਜਪਦਾ, ਸਿਮਰਨ ਭਜਨ ਨਹੀਂ ਕਰਦਾ, ਤੇ ਫਿਰ ਇਸ ਜੀਵ ਦਾ ਜੀਵਨ ਕਿਸੇ ਵੀ ਅਰਥ ਨਹੀਂ। ਰਹਾਉ ਵਿਸਰਾਮ ਦੇ ਕੇ ਹਜੂਰ ਫਰਮਾਉਂਦੇ ਨੇ, ਬਿਨ ਗੁਰ ਮੂੜ ਭਏ ਹੈ ਮਨ ਮੁਖ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਗੁਰੂ ਤੋਂ ਬਗੈਰ ਜਿਹੜੇ ਮਨਮੁਖ ਨੇ ਨਾ, ਉਹ ਮੂੜ ਹੋ ਗਏ ਨੇ, ਭਾਵ ਬਹੁਤੇ ਕਠੋਰ ਹੋ ਗਏ ਹਨ। ਤੇ ਮੋਹ ਮਾਇਆ ਨਿਤ ਫਾਥਾ। ਸੱਚੇ ਪਾਤਸ਼ਾਹ ਜੀ ਕਹਿੰਦੇ ਤੇ ਉਹ ਮਨਮੁਖ ਮੂੜ ਜਿਹੜੇ ਨੇ ਨਾ, ਉਹ ਨਿਤਾ ਪ੍ਰਤੀ ਮਾਇਆ ਦੇ ਮੋਹ ਵਿੱਚ ਹੀ ਫਸੇ ਰਹਿੰਦੇ ਨੇ, ਮਾਇਆ ਦੀ ਗਿਣਤੀ ਵਿੱਚ ਹੀ ਲੱਗੇ ਰਹਿੰਦੇ ਨੇ ਵੀ ਅੱਜ ਇੰਨੀ ਆ ਗਈ ਹੈ,
ਅੱਜ ਇੰਨੀ ਕੁ ਵਰਤੀ ਗਈ ਹੈ, Gurbani Hub. ਕੱਲ ਨੂੰ ਇੰਨੀ ਕੁ ਕਮਾਈ ਕਰਾਂਗੇ। ਉਹ ਮਾਇਆ ਦੇ ਮੋਹ ਵਿੱਚ ਹੀ ਫਸੇ ਰਹਿੰਦੇ ਨੇ। ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਮਨਮੁਖ ਮੂਰਖਾਂ ਨੂੰ ਮਾਇਆ ਜਿਹੜੀ ਹੈ ਨਾ, ਇਹ ਵਿਆਪਦੀ ਰਹਿੰਦੀ ਹੈ। ਹਜ਼ੂਰ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ, ਮਾਇਆ ਵਿਆਪਤ ਬਹੁ ਪ੍ਰਕਾਰੀ। ਮਾਇਆ ਕਈ ਰੂਪਾਂ ਵਿੱਚ ਵਿਆਪਦੀ ਹੈ ਸੰਗਤ ਜੀ। ਕੇਵਲ ਇਹ ਕਾਗਜ਼ਾਂ ਦੀ ਮਾਇਆ ਹੀ ਨਹੀਂ, ਧੀਆਂ ਪੁੱਤਰ ਵੀ ਮਾਇਆ ਨੇ, ਔਰਤ ਵੀ ਮਾਇਆ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਕਈ ਰੂਪਾਂ ਵਿੱਚ ਮਾਇਆ ਜਿਹੜੀ ਵਿਆਪਦੀ ਹੈ ਤੇ ਮਨਮੁਖ ਮੂੜ ਜਿਹੜੇ ਨੇ ਉਹ ਮਾਇਆ ਦੇ ਮੋਹ ਵਿੱਚ ਰੋਜ਼ਾਨਾ ਹੀ ਫਸੇ ਰਹਿੰਦੇ ਨੇ। ਤਿਨ ਸਾਧੂ ਚਰਨ ਨਾ ਸੇਵੇ ਕਬਹੂ। ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਨੇ ਕਦੇ ਵੀ ਸ੍ਰੇਸ਼ਟ ਗੁਰਾਂ ਦੇ ਪਾਵਨ ਚਰਨ ਕਮਲਾਂ ਦੀ ਸੇਵਾ ਪੂਜਨ ਨਹੀਂ ਕੀਤਾ, ਕਦੇ ਗੁਰੂ ਦੇ ਚਰਨਾਂ ਤੇ ਨਮਸਕਾਰ ਨਹੀਂ ਕੀਤੀ, ਕਦੇ ਗੁਰੂ ਦੇ ਚਰਨਾਂ ਦੀ ਪੂਜਾ ਨਹੀਂ ਕੀਤੀ, ਸੇਵਨ ਨਹੀਂ ਕੀਤਾ। ਤਿਨ ਸਭ ਜਨਮ ਅਕਾਥਾ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹਨਾਂ ਦਾ ਸਾਰਾ ਜਿਹੜਾ ਬਤੀਤ ਹੋਇਆ ਜਨਮ ਹੈ ਨਾ, ਜੀਵਨ ਹੈ, ਇਹ ਅਕਾਤਾ ਅਕਾਰਤ ਹੈ, ਬੇਅਰਥ ਹੈ, ਕਿਸੇ ਅਰਥ ਨਹੀਂ। ਜਿਨ ਸਾਧੂ ਚਰਨ ਸਾਧ ਪਗ ਸੇਵੇ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਨ੍ਹਾਂ ਗੁਰਮੁਖਾਂ ਨੇ ਸ੍ਰੇਸ਼ਟ ਗੁਰੂ ਸਾਹਿਬ ਜੀ ਦੇ ਸ੍ਰੇਸ਼ਟ ਚਰਨਾਂ ਨੂੰ ਸੇਵਨਾ ਕੀਤਾ, ਗੁਰੂ ਦੇ ਚਰਨਾਂ ਤੇ ਝੁਕ ਝੁਕ ਕੇ ਨਮਸਕਾਰ ਕੀਤੀ ਔਰ ਗੁਰੂ ਦੇ ਚਰਨਾਂ ਦੀ ਸੇਵਾ ਕੀਤੀ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਉਹਨਾਂ ਦਾ ਤਿਨ ਸਫਲਿਓ ਜਨਮ ਸਨਾਥਾ। ਮਹਾਰਾਜ ਜੀ ਕਹਿੰਦੇ ਨੇ ਉਹ ਸਫਲ ਹੋ ਗਏ ਹਨ, ਕਿਉਂਕਿ ਉਹ ਸਦਾਤਾ ਮਾਲਕ ਵਾਲੇ ਨੇ। ਅਥਵਾ ਜਿਨ੍ਹਾਂ ਨੇ ਸ੍ਰੇਸ਼ਟ ਸਾਧੂ ਜਨਾਂ ਦੇ ਚਰਨਾਂ ਦੀ ਸੇਵਾ ਕੀਤੀ ਉਹ ਸਫਲ ਹੋ ਗਏ, ਕਿਉਂਕਿ ਸਾਧੂ ਜਿਹੜੇ ਉਹ ਮਾਲਕ ਵਾਲੇ ਸੀ, ਸਨਾਤਾ ਮਾਲਕ ਵਾਲੇ ਸਨ। ਉਹਨਾਂ ਦਾ ਮਾਲਕ ਪਰਮੇਸ਼ਰ ਸੀ। ਉਹਨਾਂ ਨੇ ਪਰਮੇਸ਼ਰ ਤੋਂ ਬਗੈਰ ਹੋਰ ਕਿਸੇ ਨੂੰ ਆਪਣਾ ਮਾਲਕ ਨਹੀਂ ਮੰਨਿਆ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਉਹਨਾਂ ਦਾ ਜੀਵਨ ਸਫਲਾ ਹੋ ਗਿਆ ਹੈ। ਸੰਗਤ ਜੀ, ਗੁਰੂ ਸ਼ਬਦ ਦਾ ਵਾਰ-ਵਾਰ ਅਭਿਆਸ ਕਰਨਾ, ਇਹੀ ਗੁਰੂ ਦੇ ਚਰਨਾਂ ਦੀ ਸੇਵਾ ਕਰਨੀ ਹੈ। ਮੋਕਉ ਕੀਜੈ ਦਾਸ ਦਾਸ ਦਾਸਨ ਕੋ। ਸੱਚੇ ਪਾਤਸ਼ਾਹ ਜੀ ਨਿਮਰਤਾ ਦੇ ਵਿੱਚ ਬੇਨਤੀ ਕਰਦੇ ਨੇ, ਇਹ ਅਕਾਲ ਪੁਰਖ ਵਾਹਿਗੁਰੂ ਜੀ, ਜਿਹੜੇ ਆਪ ਜੀ ਦੇ ਦਾਸ ਨੇ, ਉਹਨਾਂ ਦੇ ਜਿਹੜੇ ਦਾਸ ਨੇ ਉਹਨਾਂ ਦਾ ਕਿਰਪਾ ਕਰਕੇ ਮੈਨੂੰ ਦਾਸ ਬਣਾਉਣਾ ਕਰੋ। ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਮਹਾਰਾਜ ਮੈਨੂੰ ਉਹਨਾਂ ਦਾ ਦਾਸ ਬਣਾਉਣਾ ਕਰੋ ਜੀ। ਹਰ ਦਇਆ ਧਾਰ ਜਗਨਨਾਥਾ। ਜਗਨਨਾਥਾ, ਹੇ ਜਗਤ ਦੇ ਨਾਤਾ ਮਾਲਕ ਵਾਹਿਗੁਰੂ ਕਿਰਪਾ ਕਰੋ, ਸਾਡੇ ਤੇ ਦਇਆ ਕਰੋ ਵਾਹਿਗੁਰੂ ਜੀ। ਸਾਨੂੰ ਐਸੇ ਜਿਹੜੇ ਤੁਹਾਡੇ ਦਾਸ ਨੇ ਤੇ ਅੱਗੇ ਜਿਹੜੇ ਉਹਨਾਂ ਦੇ ਦਾਸਾਂ ਭਾਵ ਨਾਲ ਸੇਵਾ ਕਰਦੇ ਨੇ, ਮਹਾਰਾਜ ਉਹਨਾਂ ਦਾ ਹੀ ਦਾਸ ਸਾਨੂੰ ਬਣਾ ਲਵੋ। ਹਮ ਅੰਧੁਲੇ ਗਿਆਨਹੀਨ ਅਗਿਆਨੀ। ਸੱਚੇ ਪਾਤਸ਼ਾਹ ਜੀ ਅਸੀਂ ਅੰਧਲੇ ਹਾਂ, ਅੰਧੇ ਹਾਂ, ਕਿਉਂਕਿ ਸਾਡੇ ਵਿਚਾਰ ਰੂਪੀ ਨੇਤਰ ਨਹੀਂ, ਗਿਆਨ ਤੋਂ ਹੀਣੇ ਹੋਣ ਕਰਕੇ ਅਸੀਂ ਅੰਧਲੇ ਹਾਂ। ਹਮ ਅੰਧਲੇ ਗਿਆਨਹੀਨ ਅਗਿਆਨੀ। ਮਹਾਰਾਜ ਗਿਆਨ ਤੋਂ ਹੀਣੇ ਹਾਂ,
ਔਰ ਅਗਿਆਨਤਾ ਕਰਕੇ ਅੰਧੇ ਹਾਂ। ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ, ਜਦੋਂ ਗੁਰੂ ਸਾਹਿਬ ਜੀ ਤਰੁੱਟ ਕੇ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਜਦੋਂ ਸਤਿਗੁਰੂ ਜੀ ਤਰੁੱਟ ਕੇ ਮਨ ਤੇ ਬੁੱਧ ਰੂਪੀ ਨੇਤਰਾਂ ਦੇ ਵਿੱਚ ਗਿਆਨ ਦਾ ਸੁਰਮਾ ਪਾ ਦਿੰਦੇ ਨੇ, ਸੰਗਤ ਜੀ ਉਦੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ, ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਸੱਚੇ ਪਾਤਸ਼ਾਹ ਅਸੀਂ ਮਨ ਤੇ ਬੁੱਧ ਰੂਪੀ ਨੇਤਰਾ ਕਰਕੇ ਅੰਨੇ ਹਾਂ ਜੀ, ਔਰ ਗਿਆਨ ਰੂਪੀ ਸੁਰਮਾ ਸਾਡੇ ਕੋਲ ਨਹੀਂ, ਅਗਿਆਨਤਾ ਦਾ ਹਨੇਰਾ ਜੋ ਚਾਲਹਿ ਮਾਰਗ ਪੰਥਾ। ਸੱਚੇ ਪਾਤਸ਼ਾਹ ਕਿਉਂ ਚਾਲੈ ਮਾਰਗ ਪੰਥਾ? ਅਸੀਂ ਭਗਤੀ ਰੂਪੀ ਮਾਰਗ ਤੇ, ਸਿਮਰਨ ਭਜਨ ਰੂਪੀ ਮਾਰਗ ਤੇ, ਅਥਵਾ ਆਪ ਜੀ ਦੇ ਚਲਾਏ ਹੋਏ ਪੰਥ ਅਨੁਸਾਰ ਕਿਵੇਂ ਚੱਲੀਏ, ਕਿਵੇਂ ਤੁਰੀਏ ਮਹਾਰਾਜ? ਜਿਹੜੀ ਆਪ ਜੀ ਨੇ ਰਹਿਤ ਮਰਜ਼ਾਦਾ ਬਣਾਈ ਹੈ, ਇਹ ਮਹਾਰਾਜ ਇੱਕ ਆਪ ਜੀ ਨੇ ਸਿੱਖੀ ਦਾ ਮਾਰਗ ਤਿਆਰ ਕੀਤਾ ਹੈ, ਇਸ ਮਾਰਗ ਤੇ ਅਸੀਂ ਕਿਵੇਂ ਤੁਰੀਏ ਜੀ? ਹਮ ਅੰਦੁਲੇ ਕੋ ਗੋਰੇ ਅੰਚਲ ਦੀਜਾ। ਸੱਚੇ ਪਾਤਸ਼ਾਹ ਸਾਡੇ ਤੇ ਰਹਿਮਤ ਕਰੋ, ਮਿਹਰ ਕਰੋ ਮਹਾਰਾਜ। ਸਾਨੂੰ ਅੰਨਿਆਂ ਨੂੰ ਸੱਚੇ ਪਾਤਸ਼ਾਹ ਆਪਣਾ ਅੰਚਲ ਪੱਲਾ ਦੇਣਾ ਕਰੋ, ਸੰਗਤ ਰੂਪੀ ਪੱਲਾ, ਨਾਮ ਰੂਪੀ ਪੱਲਾ, ਇਤਿਆਦਿਕ ਮਹਾਰਾਜ ਸਾਨੂੰ ਪੱਲਾ ਦੇ ਦਿਓ, ਆਪਣਾ ਲੜ ਪਕੜਾ ਦਿਓ, ਤਾਂ ਜਨ ਨਾਨਕ ਚਲਹਿ ਮਿਲੰਥਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮਹਾਰਾਜ ਫਿਰ ਅਸੀਂ ਆਪ ਜੀ ਦੇ ਗੁਰਸਿੱਖਾਂ ਨਾਲ ਮਿਲ ਕਰਕੇ ਆਪ ਜੀ ਦੇ ਭਗਤੀ ਰੂਪੀ ਮਾਰਗ ਤੇ, ਅਥਵਾ ਆਪ ਜੀ ਦੀ ਜਿਹੜੀ ਸਿੱਖ ਰਹਿਤ ਮਰਜ਼ਾਦਾ ਸਿੱਖ ਪੰਥ ਦੀ ਇੱਕ ਰਸਤਾ ਹੈ ਮਹਾਰਾਜ, ਅਸੀਂ ਫਿਰ ਇਹਦੇ ਉੱਤੇ ਰਲ ਕੇ ਚੱਲੀਏ। ਸੰਗਤ ਜੀ, ਜਿਵੇਂ ਕੋਈ ਸੂਰਮਾ ਹੁੰਦਾ ਹੈ ਤੇ ਉਹ ਆਪਣੇ ਆਪ ਤੁਰਨਾ ਉਹਨੂੰ ਬਹੁਤ ਮੁਸ਼ਕਲ ਹੁੰਦੀ ਹੈ, ਪਰ ਜਦੋਂ ਉਹਨੂੰ ਕੋਈ ਬਾਹੋਂ ਪਕੜ ਲੈਂਦਾ ਹੈ ਫਿਰ ਉਹ ਸੁਕਾਇਣ ਹੀ ਤੁਰਿਆ ਜਾਂਦਾ ਹੈ। ਔਰ ਕਈ ਸੂਰਮਿਆਂ ਨੇ ਹੱਥ ਵਿੱਚ ਸੋਟੀ ਪਗੜੀ ਹੁੰਦੀ ਹੈ, ਉਹਨੂੰ ਟੋਹਣੀ ਕਿਹਾ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ, ਜੇ ਉਹ ਅੰਦਲੇ ਹੱਥ ਟੋਹਣੀ ਤੇ ਉਹ ਨਾਮ ਹਮਾਰੇ। ਜਿਵੇਂ ਅੰਨੇ ਪੁਰਖ ਦੇ ਹੱਥ ਵਿੱਚ ਟੋਹਣੀ ਹੁੰਦੀ ਹੈ, ਸੋਟੀ ਹੁੰਦੀ ਹੈ, ਉਹ ਸੋਟੀ ਦੇ ਨਾਲ ਟੋਹ ਟੋਹ ਕੇ ਤੁਰਦਾ ਹੈ। ਇਸ ਤਰ੍ਹਾਂ ਮਹਾਰਾਜ ਕਿਰਪਾ ਕਰੋ, ਸਾਨੂੰ ਨਾਮ ਦੀ ਟੋਹਣੀ ਦਿਓ, ਸਾਨੂੰ ਸੰਗਤ ਰੂਪੀ ਟੋਹਣੀ ਬਖਸ਼ਿਸ਼ ਕਰੋ ਮਹਾਰਾਜ, ਤਾਂ ਕਿ ਅਸੀਂ ਆਪ ਜੀ ਦੇ ਮਾਰਗ ਤੇ, ਆਪ ਜੀ ਦੀ ਚਲਾਈ ਹੋਈ ਰਹਿਤ ਮਰਜ਼ਾਦਾ ਅਨੁਸਾਰ ਸੱਚੇ ਪਾਤਸ਼ਾਹ ਜੀ ਚੱਲ ਸਕੀਏ। ਇਹ ਸਾਡੇ ਤੇ ਕਿਰਪਾ ਕਰੋ। ਇਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਪਾਵਨ ਸ੍ਰੀ ਹੁਕਮਨਾਮੇ ਦੇ ਅੰਦਰ ਅੱਜ ਦਾ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਹੈ ਕਿ ਗੁਰੂ ਕੀ ਸੰਗਤ ਨਾਲ ਮਿਲ ਕੇ, ਨਾਮ ਦੇ ਰਸੀਆਂ ਨਾਲ ਮਿਲ ਕੇ ਵਾਹਿਗੁਰੂ ਦੇ ਭਗਤੀ ਰੂਪੀ ਮਾਰਗ ਤੇ ਭਾਈ ਚੱਲਣਾ ਕਰੀਏ, ਤੁਰਨਾ ਕਰੀਏ, ਤਾਂ ਫਿਰ ਆਪਾਂ ਆਪਣੀ ਮੰਜ਼ਿਲ ਤੇ ਪਹੁੰਚ ਜਾਵਾਂਗੇ, ਆਪਾਂ ਨੂੰ ਸਰੂਪ ਰੂਪੀ ਘਰ ਦੀ ਪ੍ਰਾਪਤੀ ਹੋਵੇਗੀ। ਆਓ ਚੱਲ ਰਹੀ ਲੜੀਵਾਰ ਕਥਾ ਰਾਗ ਰਾਮਕਲੀ ਦੇ ਵਿੱਚ ਜੋ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਪਿਆਰ ਸਹਿਤ ਸਰਵਣ ਕਰੀਏ ਜੀ। ਰਾਮਕਲੀ ਮਹੱਲਾ ਪਹਿਲਾ। ਸੁਰਤ ਸ਼ਬਦ ਸਾਖੀ ਮੇਰੇ ਸਿੰਘੀ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਕੋਲ ਸੰਗਤ ਜੀ ਸਿੱਧ ਪੁਰਖ ਆਏ,
ਜਿਵੇਂ ਗੋਰਖਨਾਥ, ਮਚਿੰਦਰਨਾਥ ਇਤਿਆਦਿਕ। ਇਹਨਾਂ ਨੇ ਪਿਛਲੇ ਸ਼ਬਦ ਵਿੱਚ ਬੇਨਤੀ ਕੀਤੀ ਸੀ, ਮਹਾਰਾਜ ਉਹ ਦਰ ਕਿਹੜਾ ਹੈ ਜਿੱਥੇ ਵਾਹਿਗੁਰੂ ਦਾ ਨਿਵਾਸ ਹੈ, ਜਿੱਥੇ ਪਰਮੇਸ਼ਰ ਵਸਦਾ ਹੈ, ਉਹ ਦਰ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ? ਤਾਂ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ, ਭਾਈ ਜੀਵਤ ਭਾਅ ਤੋਂ ਮਰੀਏ ਤਾਂ ਉਹਦੇ ਦਰ ਦੀ ਪ੍ਰਾਪਤੀ ਹੁੰਦੀ ਹੈ। ਇਹਨਾਂ ਨੇ ਬੇਨਤੀ ਕੀਤੀ ਸੀ, ਮਹਾਰਾਜ ਮਰਿਆ ਨਹੀਂ ਜਾਂਦਾ, ਮਰਨ ਦਾ ਤਰੀਕਾ ਦੱਸੋ। ਤਾਂ ਸੱਚੇ ਪਾਤਸ਼ਾਹ ਜੀ ਨੇ ਤਰੀਕਾ ਦੱਸਿਆ ਸੀ ਕਿ ਆਸਾ ਦੇ ਵਿੱਚ ਨਿਰਾਸ਼ ਰਹਿਣਾ, ਇਹੀ ਜੀਵਤ ਭਾਅ ਤੋਂ ਮਰਨਾ ਹੈ। ਇਸ ਤਰ੍ਹਾਂ ਜਦੋਂ ਜੀਵਤ ਭਾਅ ਤੋਂ ਮਰੋਗੇ ਤੇ ਵਾਹਿਗੁਰੂ ਦਾ ਦਰ ਤੁਹਾਨੂੰ ਪ੍ਰਾਪਤ ਹੋਵੇਗਾ। ਇਸ ਪਾਵਨ ਸ਼ਬਦ ਦੇ ਵਿੱਚ ਵੀ ਸੰਗਤ ਜੀ ਸਿੱਧ ਜਿਹੜੇ ਨੇ ਉਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਪੰਥ ਵਿੱਚ ਰਲਾਉਣਾ ਚਾਹੁੰਦੇ ਨੇ। ਇਹ ਸਿੱਧਾਂ ਨੇ ਕਈ ਵਾਰ ਯਤਨ ਕੀਤੇ। ਸਿੱਖ ਇਤਿਹਾਸ ਦੇ ਵਿੱਚ ਐਸਾ ਆਉਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਸਾਡੇ ਪੰਥ ਵਿੱਚ ਰਲ ਜਾਣ, ਸਾਡਾ ਪੰਥ ਜਿਹੜਾ ਹੋਰ ਵੀ ਉਜਲਾ ਹੋਵੇਗਾ। ਪਰ ਦੀਨ ਦੁਨੀਆ ਦੇ ਮਾਲਕ ਨੂੰ ਕੌਣ ਥੱਲੇ ਲਾ ਸਕਦਾ? ਸੰਗਤ ਜੀ, ਗੁਰੂ ਨਾਨਕ ਸਾਹਿਬ ਜੀ ਦੀ ਹਰ ਵਾਰੀ ਜਿੱਤ ਹੋਈ। ਹੁਣ ਸਿੱਧ ਜਿਹੜੇ ਸੀ ਨਾ, ਇਹ ਕੋਈ ਨਿਸ਼ਾਨੀਆਂ ਲੈ ਕੇ ਆਏ ਨੇ, ਜਿਵੇਂ ਸਿੰਘੀ ਹੈ ਔਰ ਸੰਗਤ ਜੀ ਪਾਤਰ ਹੈ ਤੇ ਝੋਲੀ ਹੈ। ਇਹ ਇਸ ਤਰ੍ਹਾਂ ਦੀਆਂ ਜੋਗੀਆਂ ਦੀਆਂ ਜਿਹੜੀਆਂ ਨਿਸ਼ਾਨੀਆਂ ਸੀ ਨਾ, ਉਹ ਲੈ ਕੇ ਆਏ ਨੇ ਸਿੱਧਾਂ ਵਾਲੀਆਂ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਭੇਟ ਕਰਨ ਵਾਸਤੇ ਕਿ ਮਹਾਰਾਜ ਤੁਸੀਂ ਇਹ ਨਿਸ਼ਾਨੀਆਂ ਧਾਰਨ ਕਰਕੇ ਸਿੱਧਾਂ ਦੇ ਪੰਥ ਵਿੱਚ ਪ੍ਰਵੇਸ਼ ਕਰੋ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਪਾਵਨ ਸ਼ਬਦ ਰਾਹੀਂ ਸਿੱਧਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ। ਮਹਾਰਾਜ ਸਾਹਿਬ ਜੀ ਕਹਿੰਦੇ ਨੇ, ਭਾਈ ਆ ਜਿਹੜੀ ਤੁਸੀਂ ਸਿੰਘੀ ਲਈ ਫਿਰਦੇ ਹੋ ਨਾ, ਜੋਗੀ ਲੋਕ ਜਿਹੜੇ ਨੇ ਜੀ, ਇਹ ਹਰਨ ਦਾ ਸਿੰਘ ਜਿਹੜਾ ਹੁੰਦਾ ਉਹਨੂੰ ਵਜਾਉਂਦੇ ਨੇ, ਉਹਨੂੰ ਸਿੰਘੀ ਕਿਹਾ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੀ ਆ ਤੁਸੀਂ ਸਿੰਘੀ ਵਜਾਉਂਦੇ ਹੋ ਤਾਂ ਭਾਈ ਮੈਂ ਪਹਿਲਾਂ ਹੀ ਵਜਾਉਂਦਾ ਹਾਂ। ਸਿੱਧਾ ਨੇ ਪੁੱਛਿਆ ਜੀ ਉਹ ਸਿੰਘੀ ਤੁਹਾਡੀ ਕਿਹੜੀ ਹੈ? ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਸੁਰਤ ਸ਼ਬਦ ਸਾਖੀ ਮੇਰੀ ਸਿੰਘੀ। ਸਾਖੀ ਚੇਤਨ ਸਰੂਪ ਵਾਹਿਗੁਰੂ ਪਰਮੇਸ਼ਰ ਤੇ ਸ਼ਬਦ ਨਾਲ ਸੁਰਤ ਜੋੜਨੀ, ਉਸ ਵਾਹਿਗੁਰੂ ਨਾਲ ਸ੍ਰੇਸ਼ਟ ਪ੍ਰੀਤ ਕਰਨੀ, ਇਹੀ ਮੇਰੀ ਸਿੰਘੀ ਹੈ। ਮਹਾਰਾਜ ਇਹ ਸਿੰਘੀ ਤਾਂ ਤੁਹਾਡੀ ਹੈ, ਪਰ ਇਸ ਸਿੰਘੀ ਨੂੰ ਸੁਣਦਾ ਕੌਣ? ਬਾਜਾ ਲੋਕ ਸੁਣੇ। ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਜਿਨ੍ਹਾਂ ਦੇ ਅੰਦਰ ਅਜੱਪਾ ਜਾਪ ਚੱਲਦਾ ਹੈ, ਸਿਮਰਨ ਚੱਲਦਾ ਹੈ, ਜਿਨ੍ਹਾਂ ਦੇ ਅੰਦਰ 5 ਪ੍ਰਕਾਰ ਦੇ ਵਾਜੇ ਵੱਜਦੇ ਨੇ, ਉਹ ਲੋਕ ਮੇਰੀ ਇਸ ਸਿੰਘੀ ਨੂੰ ਸੁਣਦੇ ਨੇ। ਪਤ ਝੋਲੀ ਮੰਗਣ ਕਾ ਤਾਈ। ਬੇਨਤੀ ਕੀਤੀ ਸੱਚੇ ਪਾਤਸ਼ਾਹ, ਅਸੀਂ ਤਾਂ ਪਾਤਰ ਰੱਖਦੇ ਹਾਂ ਤੇ ਪਾਤਰ ਦੇ ਵਿੱਚ ਗ੍ਰਸਤੀਆਂ ਦੇ ਕੋਲੋਂ ਵਸਤੂ ਲੈ ਕੇ ਫਿਰ ਝੋਲੀ ਵਿੱਚ ਪਾ ਲੈਂਦੇ ਆ। ਤੇ ਤੁਹਾਡੇ ਕੋਲ ਪਾਤਰ ਕਿਹੜਾ ਹੈ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਪਤ ਝੋਲੀ ਮੰਗਣ ਕੈ ਤਾਈ। ਸਤਿਗੁਰੂ ਜੀ ਕਹਿੰਦੇ ਸਾਡੇ ਕੋਲ ਭਾਈ ਸਿੱਧੋ ਵਿਚਾਰ ਰੂਪੀ ਪਾਤਰ ਹੈ ਅਤੇ ਸ਼ਰਧਾ ਰੂਪੀ ਝੋਲੀ ਹੈ। ਤੇ ਅਸੀਂ ਮੰਗਣ ਕੈ ਤਾਈ, ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਤੋਂ ਮੰਗਣ ਵਾਸਤੇ ਇਹ ਪਾਤਰ
ਵਿਚਾਰ ਦਾ ਪਾਤਰ ਅਤੇ ਸ਼ਰਧਾ ਦੀ ਝੋਲੀ ਆਪਣੇ ਕੋਲ ਰੱਖੀ ਹੈ। ਭੀਖਿਆ ਨਾਮ ਪੜੇ। ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰੂ ਕਿਰਪਾ ਕਰੇ ਤੇ ਸਾਡੇ ਨਾਮ ਰੂਪੀ ਭਿੱਖਿਆ ਜਿਹੜੀ ਹੈ ਨਾ, ਇਹ ਸਾਡੀ ਝੋਲੀ ਵਿੱਚ ਪੈ ਜਾਵੇ। ਇਹ ਤਾਂ ਕਰਕੇ ਅਸੀਂ ਵਿਚਾਰ ਰੂਪੀ ਪਾਤਰ ਭਾਂਡਾ ਅਤੇ ਸ਼ਰਧਾ ਰੂਪੀ ਝੋਲੀ ਆਪਣੇ ਕੋਲ ਰੱਖੀ ਹੈ ਕਿ ਵਾਹਿਗੁਰੂ ਕਿਰਪਾ ਕਰੇ ਤੇ ਸਾਨੂੰ ਆਪਣੇ ਨਾਮ ਦੀ ਭਿੱਖਿਆ ਦੇਵੇ। ਬਾਬਾ ਗੋਰਖ ਜਾਗਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਬਾਬਾ ਹੇ ਜੋਗੀ ਜਣੋ, ਤੁਸੀਂ ਜੋ ਗੋਰਖ ਦੀ ਅਲਕ ਜਗਾਉਂਦੇ ਹੋ, ਭਾਵ ਵਾਰ-ਵਾਰ ਤੁਸੀਂ ਗੋਰਖ ਦਾ ਨਾਮ ਲੈਂਦੇ ਹੋ। ਗੋਰਖ ਸੋ ਜਿਨ ਗੋਏ ਉਠਾਲੀ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਦੋਂ ਸਿੱਧਾ ਨੇ ਕਿਹਾ ਮਹਾਰਾਜ ਤੁਸੀਂ ਗੋਰਖ ਦਾ ਨਾਮ ਜਪਿਆ ਕਰੋ, ਤੁਸੀਂ ਵੀ ਗੋਰਖ ਦੀ ਅਲਕ ਜਗਾਇਆ ਕਰੋ, ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਸਾਡੇ ਵਾਸਤੇ ਤਾਂ ਗੋਰਖ ਉਹ ਹੈ ਜਿਸ ਨੇ ਇਹ ਗੋਏ ਉਠਾਲੀ। ਉਹ ਗੋਰਖ ਹੈ ਪਰਮਾਤਮਾ ਜਿਹਨੇ ਇਹ ਸਾਰੀ ਧਰਤੀ ਨੂੰ ਆਪਣੀ ਸਤਾ ਦਾ ਆਸਰਾ ਦਿੱਤਾ ਹੋਇਆ ਹੈ, ਧਰਤੀ ਨੂੰ ਚੁੱਕਿਆ ਹੋਇਆ ਹੈ। ਅਸੀਂ ਤਾਂ ਉਹਨੂੰ ਗੋਰਖ ਮੰਨਦੇ ਆ। ਕਰਤੇ ਬਾਰ ਨਾ ਲਾਗਾ। ਸੱਚੇ ਪਾਤਸ਼ਾਹ ਜੀ ਕਹਿੰਦੇ, ਜਦੋਂ ਉਹ ਧਰਤੀ ਦੀ ਜੀਵਾਂ ਦੀ ਸਾਜਣਾ ਕਰਦਾ ਹੈ ਤੇ ਫਿਰ ਦੇਰੀ ਨਹੀਂ ਲੱਗਦੀ। ਰਹਾਉ ਵਿਸਰਾਮ ਦੇ ਕੇ ਫਰਮਾਉਂਦੇ ਨੇ, ਪਾਣੀ ਪ੍ਰਾਣ ਪਵਨ ਬੰਦ ਰਾਖੇ। ਸੱਚੇ ਪਾਤਸ਼ਾਹ ਜੀ ਕਹਿੰਦੇ, ਸਿੱਧੋ ਵੇਖੋ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਿਸ ਨੇ ਪਾਣੀ, ਹਵਾ, ਅੱਗ, ਧਰਤੀ, ਆਕਾਸ਼ ਇਤਿਆਦਿਕ ਆਪ ਤੇਜ ਵਾਏ ਪ੍ਰਿਥਵੀ ਆਕਾਸ਼ਾ ਜਿਹੜੇ ਪੰਜ ਤੱਤ ਨੇ, ਇਹਨਾਂ ਪੰਜਾਂ ਤੱਤਾਂ ਦੁਆਰਾ ਸੰਸਾਰ ਦੀ ਰਚਨਾ ਕੀਤੀ ਹੈ। ਅਤੇ ਹਜੂਰ ਕਹਿੰਦੇ ਨੇ ਇਸੇ ਤਰ੍ਹਾਂ ਪੰਜਾਂ ਤੱਤਾਂ ਦੁਆਰਾ ਵਾਹਿਗੁਰੂ ਨੇ ਸਰੀਰ ਦੀ ਰਚਨਾ ਕੀਤੀ ਹੈ ਤੇ ਇਸ ਸਰੀਰ ਦੇ ਅੰਦਰ ਪ੍ਰਾਣ ਬੰਦ ਰੱਖੇ। ਜਿਹੜੇ ਪ੍ਰਾਣ ਨੇ ਨਾ, ਸਾਡੇ ਸਾਹ ਸਵਾਸ, ਇਹ ਵਾਹਿਗੁਰੂ ਨੇ ਬੰਨ ਕੇ ਰੱਖੇ ਨੇ। ਚੰਦ ਸੂਰਜ ਮੁਖ ਦੀਏ। ਅਤੇ ਚੰਦਰਮਾ ਤੇ ਸੂਰਜ ਇਹ ਦੋ ਮੁੱਖ ਦੀਵੇ ਦਿੱਤੇ ਨੇ। ਇਸੇ ਤਰ੍ਹਾਂ ਸੰਗਤ ਜੀ, ਅਕਾਲ ਪੁਰਖ ਵਾਹਿਗੁਰੂ ਨੇ ਜਿੱਥੇ ਸਾਡੇ ਸਰੀਰ ਦੀ ਰਚਨਾ ਕੀਤੀ ਹੈ, ਉੱਥੇ ਸਾਡੇ ਸਰੀਰ ਦੇ ਉੱਤੇ ਦੋ ਦੀਵੇ ਵੀ ਬਖਸ਼ਿਸ਼ ਕੀਤੇ ਨੇ। ਇੱਕ ਖੱਬਾ ਨੇਤਰ ਹੈ, ਇੱਕ ਸੱਜਾ ਨੇਤਰ ਹੈ। ਇਹ ਦੋ ਦੀਵੇ ਵਾਹਿਗੁਰੂ ਨੇ ਬਖਸ਼ਿਸ਼ ਕੀਤੇ ਨੇ। ਮਰਨ ਜੀਵਨ ਕੋ ਧਰਤੀ ਦੀਨੀ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਮਰਨ ਅਤੇ ਜੀਵਨ ਦੇ ਵਿਵਹਾਰ ਵਾਸਤੇ ਅਕਾਲ ਪੁਰਖ ਵਾਹਿਗੁਰੂ ਨੇ ਧਰਤੀ ਦਿੱਤੀ ਹੈ। ਏਤੇ ਗੁਣ ਵਿਸਰੇ। ਪਰਮਾਤਮਾ ਨੇ ਇਹਨੇ ਸਾਡੇ ਤੇ ਗੁਣ, ਇਹਨੇ ਸਾਡੇ ਤੇ ਪਰਉਪਕਾਰ ਕੀਤੇ ਨੇ ਸਿੱਧੋ। ਪਰ ਇਹ ਨਿਰਗੁਣਿਆਰਾ ਜੀਵ ਜਿਹੜਾ ਨਾ, ਇਹ ਪ੍ਰਭੂ ਦੇ ਇਤਨੇ ਗੁਣਾਂ ਨੂੰ ਭੁਲਾਈ ਬੈਠਾ। ਸਿੱਧ ਸਾਧਿਕ ਅਰ ਜੋਗੀ ਜੰਗਮ। ਸਿੱਧ ਜਿਹੜੇ ਪੁੱਗ ਚੁੱਕੇ ਨੇ, ਭਗਤੀ ਕਰਕੇ ਪੂਰੇ ਹੋ ਚੁੱਕੇ ਨੇ, ਸਾਧਕ ਜਿਹੜੇ ਸਾਧਨਾ ਕਰ ਰਹੇ ਨੇ, ਅਤੇ ਜੋਗੀ ਜਿਹੜੇ ਯੋਗ ਮਤ ਵਿੱਚ ਜੁੜੇ ਹੋਏ ਨੇ। ਪੀਰ ਪੁਰਸ਼ ਬਹੁ ਤੇਰੇ। ਇਸੇ ਤਰ੍ਹਾਂ ਜਿਹੜੇ ਜੰਗਮ ਸ਼ਿਵ ਜੀ ਦਾ ਵਿਆਹ ਆਦਿਕ ਗਾਉਂਦੇ ਰਹਿੰਦੇ ਨੇ। ਅਤੇ ਪੀਰ ਪੁਰਸ਼ ਬਹੁ ਤੇਰੇ, ਬਹੁਤ ਸਾਰੇ ਮੁਸਲਮਾਨਾਂ ਦੇ ਮੁਰਸ਼ਦ ਅਤੇ ਹੋਰ ਬਹੁਤ ਸਾਰੇ ਪੁਰਖ। ਜੇ ਤਿਨ ਮਿਲਾ ਤਾ ਕੀਰਤ ਆਖਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਸਿੱਧੋ ਜੇ ਮੈਂ ਇਹਨਾਂ ਸਾਰਿਆਂ ਨੂੰ ਮਿਲਾਂ ਤਾਂ ਮੈਂ ਇਹਨਾਂ ਨੂੰ ਵੀ ਇਹੀ ਗੱਲ ਕਹਾਂਗਾ ਕਿ ਭਾਈ ਤੁਸੀਂ ਵਾਹਿਗੁਰੂ ਦੀ ਕੀਰਤੀ ਕਰਿਆ ਕਰੋ, ਤੁਸੀਂ ਪਰਮੇਸ਼ਰ ਨਾਲ ਜੁੜੋ, ਪਰਮੇਸ਼ਰ ਦਾ ਨਾਮ ਜਪੋ, ਤਾ ਮਨ ਸੇਵ ਕਰੇ। ਸੱਚੇ ਪਾਤਸ਼ਾਹ ਜੀ ਕਹਿੰਦੇ, ਜੇ ਇਹ ਮੇਰੇ ਆਕੇ ਲੱਗ ਕੇ ਸਾਰੇ ਹੀ ਵਾਹਿਗੁਰੂ ਦੀ ਕੀਰਤੀ ਵਿੱਚ ਜੁੜ ਗਏ
ਤਾਂ ਫਿਰ ਮੈਂ ਮਨ ਕਰਕੇ ਇਹਨਾਂ ਦੀ ਸੇਵਾ ਕਰਾਂਗਾ। ਕਾਗਦ ਲੂਣ ਰਹਿ ਕ੍ਰਿਤ ਸੰਗੇ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਾਗਦ ਲੂਣ ਰਹੇ ਕ੍ਰਿਤ ਸੰਗੇ। ਕਾਗਦ ਕਾਗਜ਼ ਅਤੇ ਲੂਣ ਇਹ ਦੋਵੇਂ ਜਦੋਂ ਘਿਓ ਦੇ ਸੰਗ ਰਹਿੰਦੇ ਨੇ ਨਾ ਜੀ, ਫਿਰ ਇਹ ਗਲਦੇ ਨਹੀਂ। ਭਾਵ ਜੇ ਕਾਗਜ਼ ਨੂੰ ਠੰਡਾ ਲੱਗਾ ਹੋਵੇ, ਉਹ ਪਾਣੀ ਵਿੱਚ ਸੁੱਟ ਦਈਏ ਤੇ ਉਹ ਸੰਗਤ ਜੀ ਕਾਗਜ਼ ਗਲਦਾ ਨਹੀਂ, ਨਾਸ ਨਹੀਂ ਹੁੰਦਾ। ਇਸੇ ਤਰ੍ਹਾਂ ਹੀ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਲੂਣ ਹੈ, ਜੇ ਲੂਣ ਨੂੰ ਵੀ ਘਿਓ ਦੇ ਵਿੱਚ ਪਾ ਦਈਏ ਤੇ ਫਿਰ ਉਹਨੂੰ ਪਾਣੀ ਵਿੱਚ ਸੁੱਟ ਦਈਏ ਤੇ ਉਹ ਖੁਰਦਾ ਨਹੀਂ। ਜੇ ਆਪਾਂ ਉਤਰਾ ਲੂਣ ਪਾਣੀ ਵਿੱਚ ਪਾਈਏ ਤੇ ਉਹ ਖੁਰ ਜਾਂਦਾ ਹੈ। ਇਹ ਦੋਵੇਂ ਹੀ ਕਾਗਜ਼ ਤੇ ਘਿਓ, ਲੂਣ ਇਹ ਘਿਓ ਦਾ ਸੰਗ ਕਰਕੇ ਗਲਦੇ ਨਹੀਂ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਜਿਨ੍ਹਾਂ ਨੇ ਵਾਹਿਗੁਰੂ ਦੇ ਪ੍ਰੇਮ ਰੂਪੀ ਘਿਓ ਨੂੰ ਪ੍ਰਾਪਤ ਕਰ ਲਿਆ, ਫਿਰ ਉਹਨਾਂ ਦੇ ਇਹ ਸਰੀਰ ਰੂਪੀ ਕਾਗਜ਼ ਲੂਣ ਆਦਿਕ ਜਿਹੜੇ ਨੇ ਇਹ ਗਲਦੇ ਨਹੀਂ। ਪਾਣੀ ਕਮਲ ਰਹਾ। ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਰਹਿੰਦਾ ਪਰ ਉਹ ਪਾਣੀ ਵਿੱਚ ਡੁੱਬਦਾ ਨਹੀਂ। ਐਸੇ ਭਗਤ ਮਿਲੇ ਜਨ ਨਾਨਕ। ਸੱਚੇ ਪਾਤਸ਼ਾਹ ਜੀ ਕਹਿੰਦੇ ਐਸੇ ਜਿਹੜੇ ਮਹਾਤਮਾ ਨੇ ਨਾ ਜੀ, ਵਾਹਿਗੁਰੂ ਦੀ ਬੰਦਗੀ ਕਰਨ ਵਾਲੇ, ਉਹ ਨਿਰਲੇਪ ਰਹਿੰਦੇ ਨੇ, ਰਹਿੰਦੇ ਸੰਸਾਰ ਵਿੱਚ ਨੇ, ਪਰ ਸੰਗਤ ਜੀ ਵਾਹਿਗੁਰੂ ਦੀ ਪ੍ਰੇਮਾ ਭਗਤੀ ਵਿੱਚ ਅੱਟੇ ਪੈਰ ਲੀਨ ਰਹਿਣ ਕਰਕੇ ਉਹ ਨਾਸ ਨਹੀਂ ਹੁੰਦੇ। ਉਹਨਾਂ ਦਾ ਨਾਮ ਸਦੀਵ ਕਾਲ ਹੈ ਅਤੇ ਉਹ ਸੰਸਾਰ ਵਿੱਚ ਰਹਿੰਦਿਆਂ ਵੀ ਕਮਲ ਦੇ ਫੁੱਲ ਵਾਂਗੂ ਸੰਸਾਰ ਤੋਂ ਅਸੰਗ ਹੈ, ਨਿਰਾਲਮ ਰਹਿੰਦੇ ਨੇ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਐਸੇ ਭਗਤ ਮਿਲੇ ਜਨ ਨਾਨਕ। ਹਜੂਰ ਕਹਿੰਦੇ ਜੇ ਐਸੇ ਭਗਤ ਭਗਤੀ ਕਰਨ ਵਾਲੇ ਮਿਲਣ, ਉਹ ਵਾਹਿਗੁਰੂ ਨਾਲ ਮਿਲਾਪ ਹੋ ਜਾਂਦਾ, ਉਹਨਾਂ ਦਾ ਇਕਮਿਕ ਹੋ ਜਾਂਦੇ ਨੇ। ਤਿਨ ਜਮ ਕਿਆ ਕਰਾ। ਜਿਹੜੇ ਵਾਹਿਗੁਰੂ ਨਾਲ ਇਕਮਿਕ ਹੋ ਗਏ ਭਾਈ, ਉਹਨਾਂ ਨੂੰ ਜਮਦੂਤ ਕੀ ਕਰ ਸਕਦੇ ਨੇ? ਜਮਦੂਤ ਉਹਨਾਂ ਨੂੰ ਕੁਝ ਨਹੀਂ ਕਰ ਸਕਦੇ। ਅਥਵਾ ਜੱਜੇ ਤੋਂ ਜਨਮ ਤੇ ਮੰਮੇ ਤੋਂ ਮਰਨ। ਸਤਿਗੁਰੂ ਜੀ ਕਹਿੰਦੇ ਜਿਹੜੇ ਭਗਤੀ ਕਰਕੇ ਵਾਹਿਗੁਰੂ ਵਿੱਚ ਲੀਨ ਹੋਏ ਨੇ, ਜੰਮਣ ਤੇ ਮਰਨ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦੇ। ਇਸੇ ਤਰ੍ਹਾਂ ਹੀ ਸੰਗਤ ਜੀ ਜਿਹੜੇ ਵਾਹਿਗੁਰੂ ਦੀ ਭਗਤੀ ਕਰਕੇ ਪਰਮੇਸ਼ਰ ਨਾਲ ਇਕਮਿਕ ਹੋਏ ਨੇ, ਤਿੰਨ ਜਮ ਕਿਆ ਕਰੇ। ਜਿਹੜਾ ਜ਼ਮਾਨਾ ਹੈ ਨਾ, ਸਮੇਂ ਸਮੇਂ ਬਦਲਦਾ ਰਹਿੰਦਾ, ਇਹ ਜ਼ਮਾਨਾ ਵੀ ਉਹਨਾਂ ਨੂੰ ਕੁਝ ਨਹੀਂ ਕਰ ਸਕਦਾ। ਰਾਮ ਕਲੀ ਮਹੱਲਾ ਪਹਿਲਾ। ਸੁਣ ਮਾ ਸ਼ਿੰਦਰਾ ਨਾਨਕ ਬੋਲਾ। ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਛੰਦਰ ਨਾਥ ਜੋਗੀ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ। ਇਹਦੇ ਬਾਰੇ ਵਿਦਵਾਨਾਂ ਨੇ ਜ਼ਿਕਰ ਕੀਤਾ ਹੈ ਕਿ ਇਹ ਹੈ ਤਾਂ ਜੋਗੀ ਸੀ, ਗੋਰਖਨਾਥ ਦਾ ਇਹ ਗੁਰੂ ਸੀ ਸੰਗਤ ਜੀ, ਪਰ ਹੈ ਵਿਕਾਰੀ ਸੀ, ਵਿਕਾਰ ਭੋਗਦਾ ਸੀ, ਮਾੜੇ ਕਰਮ ਕਰਦਾ ਸੀ। ਸਾਗੀਕਾਰਾਂ ਨੇ ਜ਼ਿਕਰ ਕੀਤਾ ਹੈ ਜਦੋਂ ਸੰਗਲਾ ਦੀਪ ਦਾ ਰਾਜਾ, ਰਾਜੇ ਸ਼ਿਵਨਾਵ ਦਾ ਪਿਤਾ ਰਾਜਾ ਅਮਰੂ ਸਰੀਰ ਤਿਆਗ ਗਿਆ, ਉਹਦੀ ਮੌਤ ਹੋ ਗਈ, ਤਾਂ ਇਹ ਮਛੰਦਰ ਨਾਥ ਕਾਇਆ ਪ੍ਰਵੇਸ਼ ਸਿੱਧੀ ਦੁਆਰਾ ਉਸ ਅਮਰੂ ਰਾਜੇ ਦੀ ਦੇਹ ਵਿੱਚ ਪ੍ਰਵੇਸ਼ ਕਰਕੇ ਪਦਮਣੀਆਂ ਦੇ ਵਿਸ਼ੇ ਰਸ ਭੋਗਦਾ ਰਿਹਾ। ਔਰ ਜਦੋਂ ਨੇਮਨਾਥ ਦੇ ਚੇਲੇ ਬਾਲ ਗੁਦਾਈ ਨੇ ਗੋਰਖ ਨੂੰ ਤਾਨਾ ਮਾਰਿਆ ਵੀ ਤੂੰ ਆਪੜਿਆ ਵੱਡਾ ਜਤੀ ਬਣਿਆ ਫਿਰਦਾ ਹੈ, ਤੇਰਾ ਗੁਰੂ ਜਿਹੜਾ ਉਹ ਗ੍ਰਸਤੀ ਰਾਜੇ ਦੀ ਦੇਹ ਵਿੱਚ ਪ੍ਰਵੇਸ਼ ਕਰਕੇ ਤੇ ਵਿਸ਼ੇ ਰਸ ਭੋਗਣ ਡਿਆ ਹੈ। ਉਹਨੂੰ ਬੜੀ ਸ਼ਰਮ ਆਈ। ਫਿਰ ਉਹਨੇ ਇੱਕ ਤਬਲੇ ਵਾਲੇ ਦੇ ਕੋਲ ਜਾ ਕੇ ਤਬਲਾ ਸਿੱਖਿਆ।
ਤਬਲੇ ਦੇ ਵਿੱਚ ਮਾਹਰ ਹੋਇਆ ਗੋਰਖਨਾਥ। ਇੱਕ ਦਿਨ ਉਹ ਤਬਲੇ ਵਾਲੇ ਨੇ ਗੋਰਖਨਾਥ ਨੂੰ ਰਾਜੇ ਦੇ ਕੋਲ ਭੇਜ ਦਿੱਤਾ ਸੰਗੀਤ ਵਾਸਤੇ। ਜਦੋਂ ਗੋਰਖਨਾਥ, ਕਿਉਂਕਿ ਇਹਨੇ ਮਛਿੰਦਰ ਨੇ ਹੁਕਮ ਕੀਤਾ ਸੀ ਵੀ ਕੋਈ ਵੀ ਕੰਨ ਪਾਟਾ ਜਿਹੜਾ ਨਾ ਉਹ ਮੇਰੇ ਰਾਜ ਵਿੱਚ ਪ੍ਰਵੇਸ਼ ਨਹੀਂ ਕਰ ਸਕਦਾ। ਤੇ ਸੰਗਤ ਜੀ, ਉਦੋਂ ਗੋਰਖਨਾਥ ਨੇ ਆਪਣੇ ਕੰਨ ਢੱਕ ਕੇ, ਆ ਜਿਹੜੀ ਕੰਨਾਂ ਦੇ ਉੱਤੇ ਪੱਗ ਬੰਨਣੀ ਸ਼ੁਰੂ ਹੋਈ ਹੈ ਨਾ, ਇਹ ਗੋਰਖਨਾਥ ਤੋਂ ਸ਼ੁਰੂ ਹੋਈ ਹੈ। ਇਹ ਉਦੋਂ ਆਪਣੇ ਕੰਨ ਢੱਕ ਕੇ, ਸਿਰ ਤੇ ਪੱਗ ਬੰਨ੍ਹ ਕੇ, ਕੰਨ ਢੱਕ ਕੇ ਉਹਦੇ ਦਰਬਾਰ ਵਿੱਚ ਪ੍ਰਵੇਸ਼ ਹੁੰਦਾ ਹੈ। ਫਿਰ ਇਹਨੇ ਜੋੜੀ ਵਜਾਈ ਤੇ ਜੋੜੀ ਵਜਾਉਂਦਿਆਂ ਫਿਰ ਇਹਨੇ ਨਾ ਤਾਲ ਕੱਢਿਆ ਤੇ ਉਹਦੇ ਵਿੱਚ ਇੱਕ ਸ਼ਬਦ ਆਇਆ, ਜਾਗ ਮਛਿੰਦਰਾ ਗੋਰਖ ਆਇਓ। ਐ ਮਛਿੰਦਰਨਾਥ, ਵਿਸ਼ਿਆਂ ਤੋਂ ਜਾਗਰਤ ਅਵਸਥਾ ਵਿੱਚ ਆ, ਤੇਰਾ ਚੇਲਾ ਗੋਰਖ ਤੇਰੇ ਕੋਲ ਆਇਆ ਹੈ। ਉਦੋਂ ਇਹਨੇ ਬਹੁਤ ਸ਼ਰਮ ਮਹਿਸੂਸ ਕੀਤੀ। ਸੰਗਤ ਜੀ, ਇਹ ਫਿਰ ਆਪਣੀ ਕਾਇਆ ਵਿੱਚ ਵਾਪਸ ਆਇਆ। ਉਦੋਂ ਗੋਰਖਨਾਥ ਨੂੰ ਆਪਣੇ ਨਾਲ ਲੈ ਕੇ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆਇਆ ਤੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਹਦੇ ਤੇ ਵੀ ਕਿਰਪਾ ਕਰੋ, ਇਹਨੂੰ ਵੀ ਪਾਵਨ ਉਪਦੇਸ਼ ਦੇ ਕੇ ਇਹਦੀ ਕਲਿਆਣ ਕਰੋ। ਤੇ ਗੁਰੂ ਨਾਨਕ ਦੇਵ ਜੀ ਨੇ ਇਹ ਪਾਵਨ ਸ਼ਬਦ ਜਿਹੜਾ ਮਛਿੰਦਰਨਾਥ ਜੋਗੀ ਦੇ ਪ੍ਰਤਾਏ ਉਚਾਰਨ ਕੀਤਾ, ਸੁਣ ਮਛਿੰਦਰਾ ਨਾਨਕ ਬੋਲੇ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਐ ਮਛਿੰਦਰਨਾਥ ਜੋਗੀ, ਦਾਸ ਨਾਨਕ ਬੋਲਦਾ ਹੈ, ਆਪ ਸੁਣਨਾ ਕਰੋ। ਵਸਗਤ ਪੰਚ ਕਰੇ ਨਹ ਡੋਲਾ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਮਛਿੰਦਰਨਾਥ ਜੋਗੀ, ਜਿਹੜੇ ਪੰਜ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੇ, ਇਹਨਾਂ ਨੂੰ ਆਪਣੇ ਵਸ ਵਿੱਚ ਕਰ ਅਤੇ ਆਪਣੇ ਮਨ ਨੂੰ ਵਿਕਾਰਾਂ ਦੇ ਵਿੱਚ ਡੁਲਾਣਾ। ਐਸੇ ਜੁਗਤ ਜੋਗ ਕੋ ਪਾਲੇ। ਜਿਹੜਾ ਜੋਗੀ ਐਸੀ ਜੁਗਤੀ ਨੂੰ ਵਰਤਦਾ ਹੈ, ਉਹ ਜੋਗ ਨੂੰ ਪਾਲਦਾ। ਆਪ ਤਰਾ ਸਗਲੇ ਕੁਲ ਤਾਰੇ। ਉਹ ਆਪ ਵੀ ਤਰ ਜਾਂਦਾ ਹੈ ਤੇ ਸਾਰੀਆਂ ਕੁੱਲਾਂ ਦਾ ਵੀ ਉਧਾਰ ਕਰ ਲੈਂਦਾ। ਸੋ ਧੂਤ ਐਸੀ ਮਤ ਪਾਵਾ। ਸੱਚੇ ਪਾਤਸ਼ਾਹ ਜੀ ਕਹਿੰਦੇ, ਮਛਿੰਦਰਨਾਥ ਜੋਗੀ, ਉਹ ਆਤੂਤ, ਉਹ ਬੈਰਾਗਤ, ਉਹ ਜੋਗੀ ਜਿਹੜਾ ਹੈ ਨਾ, ਐਸੀ ਮਤ, ਐਸੀ ਸਿੱਖਿਆ ਨੂੰ ਪ੍ਰਾਪਤ ਕਰਦਾ। ਅਹਨਿਸ ਸੁਨ ਸਮਾਦ ਸਮਾਵਾ। ਦਿਨੇ ਰਾਤ ਉਹ ਅਫੁਰ ਸਮਾਧੀ ਦੇ ਵਿੱਚ ਲੀਨ ਰਹਿੰਦਾ। ਰਹਾਉ ਹਾਂਜੀ, ਭਿਖਿਆ ਭਾਏ ਭਗਤ ਪੈ ਚੱਲਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਪ੍ਰੇਮਾ ਭਗਤੀ ਅਤੇ ਵਾਹਿਗੁਰੂ ਦੀ ਭੈ ਭਾਵਨੀ ਵਿੱਚ ਚੱਲਣਾ, ਇਹੀ ਭਾਈ ਭਿਖਿਆ ਪ੍ਰਾਪਤ ਕਰਨੀ। ਹੋਵੇ ਸੋ ਤ੍ਰਿਪਤ ਸੰਤੋਖ ਅਮੁੱਲਾ। ਜਿਹੜਾ ਅਮੋਲਕ ਸੰਤੋਖ ਨੂੰ ਪ੍ਰਾਪਤ ਕਰ ਲੈਂਦਾ ਹੈ, ਜਿਨ੍ਹਾਂ ਨੂੰ ਸੰਤੋਖ ਆ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਐ ਮਛਿੰਦਰਨਾਥ ਜੋਗੀ, ਫਿਰ ਉਹ ਤ੍ਰਿਪਤ ਹੋ ਜਾਂਦੇ ਨੇ, ਰੱਜ ਜਾਂਦੇ ਨੇ, ਪਦਾਰਥਾਂ ਵੱਲੋਂ ਵੀ, ਵਿਕਾਰਾਂ ਵੱਲੋਂ ਵੀ। ਫਿਰ ਉਹਨਾਂ ਨੂੰ ਵਿਕਾਰ ਜਿਹੜੇ ਉਹ ਪੋਹ ਨਹੀਂ ਸਕਦੇ। ਫਿਰ ਤਾਂ ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਖਾਣੇ। ਫਿਰ ਤਾਂ ਉਹਨਾਂ ਦੀ ਐਸੀ ਹਾਲਤ ਬਣ ਜਾਂਦੀ ਹੈ, ਉਹ ਆਪਣੀ ਹੀ ਔਰਤ ਨੂੰ ਔਰਤ ਮੰਨਦੇ ਨੇ, ਪਰ ਔਰਤਾਂ ਨੂੰ ਧੀਆਂ ਭੈਣਾਂ ਜਾਣਦੇ ਨੇ। ਐ ਮਛਿੰਦਰਨਾਥ ਜੋਗੀ, ਫਿਰ ਉਹਨਾਂ ਨੂੰ ਤ੍ਰਿਪਤੀ ਹੋ ਜਾਂਦੀ ਹੈ, ਫਿਰ ਉਹ ਵਿਕਾਰਾਂ ਦੇ ਪਿੱਛੇ ਪਿੱਛੇ ਨਹੀਂ ਤੁਰਦੇ। ਧਿਆਨ ਰੂਪ ਹੋਏ ਆਸਨ ਪਾਵਾ। ਫਿਰ ਤਾਂ ਉਹ ਵਾਹਿਗੁਰੂ ਦੇ ਧਿਆਨ ਰੂਪ ਵਿੱਚ ਹੋ ਕਰਕੇ ਵਾਹਿਗੁਰੂ ਨੂੰ ਪ੍ਰਾਪਤ ਕਰ ਲੈਂਦੇ ਨੇ, ਵਾਹਿਗੁਰੂ ਵਿੱਚ ਇਹ ਸਥਿਤੀ ਪ੍ਰਾਪਤ ਕਰਦੇ ਨੇ। ਸੱਚ ਨਾਮ ਤਾੜੀ ਚਿਤ ਲਾਵਾ। ਸੱਚੇ ਨਾਮ ਵਿੱਚ ਆਪਣੇ ਚਿੱਤ ਦੀ ਤਾੜੀ ਸਮਾਧੀ ਲਾਉਂਦੇ ਨੇ। ਨਾਨਕ ਬੋਲਾ ਅੰਮ੍ਰਿਤ ਬਾਣੀ। ਹਜੂਰ ਕਹਿੰਦੇ, ਮਛਿੰਦਰਨਾਥ ਜੋਗੀ, ਅਸੀਂ ਤਾਂ ਭਾਈ ਇਹ ਤੈਨੂੰ ਅੰਮ੍ਰਿਤ ਵਰਗੇ ਬਚਨ ਬੋਲ ਰਹੇ ਹਾਂ, ਦੱਸ ਰਹੇ ਹਾਂ। ਸੁਣ ਮਛਿੰਦਰਾ ਔਦੂ ਨਿਸ਼ਾਨੀ। ਐ ਮਛਿੰਦਰਨਾਥ ਜੋਗੀ, ਔਦੂਆਂ ਦੀ, ਬੇਹੰਗਮਾਂ ਦੀ ਜਿਹੜੀ ਨਿਸ਼ਾਨੀ ਆ ਨਾ,
ਉਹ ਸੁਣਨਾ ਕਰ। ਆਸਾ ਮਾਹੇ ਨਿਰਾਸ ਬਲਾਏ, ਆਸਾ ਮਾਹੇ ਨਿਰਾਸ ਬੁਲਾਏ। ਉਹ ਤਾਂ ਪਦਾਰਥਾਂ ਦੇ ਵਿੱਚ ਵੀ ਆਪਣੇ ਆਪ ਨੂੰ ਅਸੰਗ ਰੱਖਦੇ ਨੇ, ਨਿਰਾਸ ਰਹਿੰਦੇ ਨੇ। ਨਿਹਚੋ ਨਾਨਕ ਕਰਤੇ ਪਾਏ, ਨਿਸ਼ਚੇ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਪਰਮੇਸ਼ਰ ਨੂੰ ਪਾ ਲੈਂਦੇ ਨੇ। ਪ੍ਰਣਵਤ ਨਾਨਕ ਅਗਮ ਸੁਨਾਏ, ਹਜੂਰ ਬੇਨਤੀ ਪੂਰਵਕ ਕਥਨ ਕਰਦੇ ਨੇ ਕਿ ਜੋ ਗਮਤਾ ਤੋਂ ਰਹਿਤ ਵਾਹਿਗੁਰੂ, ਅਸੀਂ ਤੇ ਭਾਈ ਉਹਦੀ ਕਥਾ ਤੈਨੂੰ ਸੁਣਾਈ ਹੈ। ਗੁਰ ਚੇਲੇ ਕੀ ਸੰਧ ਮਿਲਾਏ, ਅਤੇ ਗੁਰੂ ਤੇ ਚੇਲੇ ਦੀ ਜਿਹੜੀ ਸੰਧੀ ਹੈ ਨਾ, ਇਹ ਵਾਹਿਗੁਰੂ ਨਾਲ ਮਿਲਾ ਦਿੰਦੀ ਹੈ। ਅਥਵਾ ਗੁਰੂ ਤੇ ਚੇਲੇ ਦੀ ਜਿਹੜੀ ਸੰਧੀ ਇਹ ਇੱਕ ਹੋਣੀ ਚਾਹੀਦੀ ਹੈ। ਦੇਖਿਆ ਦਾਰੂ ਭੋਜਨ ਖਾਏ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਦੀਖਿਆ ਦਾਰੂ ਭੋਜਨ ਖਾਏ। ਜਿਹੜੀ ਗੁਰੂ ਤੋਂ ਦੀਖਿਆ ਸਿੱਖਿਆ ਪ੍ਰਾਪਤ ਕਰਨੀ ਹੈ, ਗੁਰੂ ਦੀ ਸਿੱਖਿਆ ਰੂਪੀ ਦਾਰੂ ਵਰਤ ਨਾ ਕਰੇ। ਕਿਉਂਕਿ ਜੋਗੀ ਲੋਕ ਜਿਹੜੇ ਨਾ ਜੀ ਇਹ ਸ਼ਰਾਬ ਪੀਂਦੇ ਨੇ, ਵਿਕਾਰੀ ਜਿਹੜੇ ਬੰਦੇ ਹੁੰਦੇ ਨੇ ਉਹ ਵੈਸੇ ਹੀ ਸ਼ਰਾਬ ਪੀਂਦੇ ਨੇ, ਉਹ ਸ਼ਰਾਬ ਦੀ ਵਰਤੋਂ ਵੀ ਕਰਦੇ ਨੇ ਵਿਕਾਰੀ ਪੁਰਖ ਜਿਹੜੇ ਨੇ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੀ ਗੁਰੂ ਦੀ ਸਿੱਖਿਆ ਹੈ ਨਾ, ਗੁਰੂ ਦੀ ਸਿੱਖਿਆ ਰੂਪੀ ਸ਼ਰਾਬ ਇਹ ਦਾਰੂ ਵਰਤ ਨਾ ਕਰੇ ਅਤੇ ਬ੍ਰਹਮ ਗਿਆਨ ਦਾ ਭੋਜਨ ਖਾਣਾ ਕਰੇ। ਸ਼ਿਵ ਦਰਸ਼ਨ ਕੀ ਸੋਜੀ ਪਾਏ, ਸੱਚੇ ਪਾਤਸ਼ਾਹ ਜੀ ਕਹਿੰਦੇ ਮਚੰਦਰ ਨਾਥ ਜੋਗੀ, ਉਸ ਜੋਗੀ ਨੂੰ 6 ਦਰਸ਼ਨਾਂ ਦੀ 6 ਭੇਖਾਂ ਦੀ ਜਿਹੜੀ ਹੈ ਨਾ ਉਹ ਸੋਝੀ ਪ੍ਰਾਪਤ ਹੋ ਜਾਂਦੀ ਹੈ। ਇਹ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਸ਼ਬਦ ਵਿੱਚ ਮਛਿੰਦਰ ਨਾਥ ਜੋਗੀ ਨੂੰ ਉਪਦੇਸ਼ ਦਿੱਤਾ ਕਿ ਭਾਈ ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਕਾਣੇ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਵੀ ਜ਼ਿਕਰ ਕੀਤਾ ਹੈ, ਸੁਧ ਜਬ ਤੇ ਅੰਮ ਧਰੀ, ਬਚਨ ਗੁਰਦੈ ਹਮਾਰੇ, ਪੂਤ ਇਹ ਪ੍ਰਣ ਤੋਹਿ ਪ੍ਰਾਣ ਜਬਲਾ ਘੜ ਤਾਰੇ, ਨਿਜ ਨਾਰੀ ਕੇ ਸਾਥ ਨੇਹੋ ਤੁਮ ਨਿਤ ਬਢਈਓ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋ ਨਾ ਜਾਈਓ। ਸੱਚੇ ਪਾਤਸ਼ਾਹ ਕਲਗੀਧਰ ਪਾਤਸ਼ਾਹ ਜੀ ਨੇ ਵੀ ਇਹ ਸਾਨੂੰ ਉਪਦੇਸ਼ ਦਿੱਤਾ ਹੈ। ਸੰਗਤ ਜੀ, ਸਤਿਗੁਰਾਂ ਨੇ ਇਹ ਮਛਿੰਦਰ ਨਾਥ ਜੋਗੀ ਨੂੰ ਉਪਦੇਸ਼ ਦੇ ਕੇ ਉਹਨੂੰ ਵਿਕਾਰਾਂ ਤੋਂ ਮੁਕਤ ਕਰਕੇ ਤੇ ਵਾਹਿਗੁਰੂ ਨਾਲ ਉਹਦਾ ਮਿਲਾਪ ਕਰਵਾਇਆ ਹੈ। ਸਤਿਗੁਰਾਂ ਦਾ ਕੋਟਾਨ ਕੋਟ ਸ਼ੁਕਰ। ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ। ਪ੍ਰਣਵਤ ਨਾਨਕ ਅਗਮ ਸੁਨਾਏ, ਗੁਰ ਚੇਲੇ ਚੇਲੇ ਕੀ ਸੰਧ ਮਿਲਾਏ, ਦੀਖਿਆ ਦਾਰੂ ਭੋਜਨ ਖਾਏ, ਛੇ ਦਰਸ਼ਨ ਕੀ ਸੋਝੀ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।